Morning students, today we will start a new chapter, Auditor's Report. An auditor's report is the format result of all the efforts that goes into an audit. Communicating the auditor's findings to interested user is a part of all audit. ਜੇ ਆਪਾਂ ਗੱਲ ਕਰੀਏ auditor report, ਹੁਣ ਦੇਖੋ ਆਪਾਂ ਕੀ ਕਰਦੇ ਹਾਂ ਵੀ ਜੇ ਆਪਾਂ ਕਿਸੇ ਟੌਪਿਕ ਨੂੰ ਪੜ੍ਹਦੇ ਹਾਂ ਤਾਂ ਉਸ ਤੋਂ ਬਾਅਦ ਆਪਾਂ ਇੱਕ ਟੈਸਟ ਕੰਡਕਟ ਕਰਵਾਈਏ ਜੇ ਤਾਂ ਉਹ ਤੁਹਾਡੀ ਕੀ ਇੱਕ ਰਿਪੋਰਟ ਹੈ ਤਾਂ ਸੇਮ ਕੀ ਹੈ ਆਡੀਟਰ ਦਾ ਜਿਹੜਾ ਵਰਕ ਹੈ ਉਸਨੇ ਕਿੱਥੇ ਐਰਰਸ ਫਾਈਂਡ ਆਊਟ ਕੀਤੇ ਉਸਨੂੰ ਕੀ ਸ਼ਾਰਟਕਮਿੰਗਸ ਲੱਗੀਆਂ ਉਹ ਸਭ ਨੂੰ ਜਦੋਂ ਇੱਕ ਉਹ ਐਜ਼ ਅ ਰਿਪੋਰਟ ਪੇਸ਼ ਕਰਦਾ ਤਾਂ ਆਪਾਂ ਉਸਨੂੰ ਕੀ ਕਹਿ ਸਕਦੇ ਹਾਂ ਆਡੀਟਰਸ ਰਿਪੋਰਟ ਕਹਿ ਸਕਦੇ ਹਾਂ The evidence collected needs to be carefully shifted and analyzed to enable the auditor to draw appropriate conclusions but ਉਹਦੀ ਜਿਹੜੀ ਰਿਪੋਰਟ ਹੈ ਉਹ ਕੀ ਹੋਵੇ ਉਹਦੇ ਵਿੱਚ appropriate ਜਿਹੜੇ conclusions ਨੇ ਉਹ draw ਕੀਤੇ ਹੋਣੇ ਚਾਹੀਦੇ ਨੇ and the conclusions drawn are communicated to the interested parties through the auditor's report ਕਿਉਂਕਿ ਉਹ auditor report ਹੈ ਜਿਹੜੀ ਕਿਸੇ ਇੱਕ ਪਾਰਟੀ ਨੇ ਚੈੱਕ ਆਊਟ ਨਹੀਂ ਕਰਨੀ ਉਹ ਸਾਰੀਆਂ ਹੀ related parties ਨੇ ਚੈੱਕ ਕਰਨੀ ਹੈ auditor ਦੀ ਇੱਕ ਰਿਪੋਰਟ Then importance, the true ownership of the company rests in the shareholders and not in the management. ਆਪਾਂ ਨੂੰ ਪਤਾ ਹੈ ਵੀ ਜਿਹੜੀ ਓਨਰਸ਼ਿਪ ਹੈ ਕੰਪਨੀ ਦੀ ਉਹ ਸ਼ੇਅਰ ਹੋਲਡਰਸ ਦੇ ਨਾਲ ਹੁੰਦੀ ਹੈ ਮੈਨੇਜਮੈਂਟ ਦੇ ਨਾਲ ਨਹੀਂ ਹੁੰਦੀ ਹਾਓ If we talk about shareholders and managers, then we know that both these are different from each other. How? Because shareholders are the real owners of a company, while managers act as an agent of the shareholders. Means कि जे ਆਪਾਂ real owners ਦੀ ਗੱਲ ਕਰਦੇ ਹਾਂ ਇੱਕ ਕੰਪਨੀ ਦੀ ਤਾਂ ਉਹ shareholder ਹੀ ਹੁੰਦੇ ਨੇ ਮੈਨੇਜਰ ਨਹੀਂ ਹੁੰਦੇ ਜੇ ਆਪਾਂ ਸੋਚੀਏ ਵੀ ਮੈਨੇਜਰ ਇੱਕ ਟੌਪ ਲੈਵਲ ਅਥਾਰਟੀ ਉਸ ਕੋਲ ਵੀ ਉਹ ਹੋ ਸਕਦੇ ਨੇ ਜਿਹੜੇ ਮੈਨੇਜਰਸ ਨੇ ਉਹ ਜਸਟ ਅਪੁਆਇੰਟ ਕੀਤੇ ਹੋਏ ਹੁੰਦੇ ਨੇ ਐਜ਼ ਐਨ ਏਜੰਟ ਕਿਸ ਦੇ ਦੁਆਰਾ ਸ਼ੇਅਰ ਹੋਲਡਰਸ ਦੇ ਦੁਆਰਾ ਤਾਂ ਜੇ ਆਪਾਂ ਗੱਲ ਕਰੀਏ ਇੱਕ ਓਨਰਸ਼ਿਪ ਦੀ ਤਾਂ ਓਨਰਸ਼ਿਪ ਕਿਸ ਦੇ ਨਾਲ ਹੁੰਦੀ ਹੈ ਕੰਪਨੀ ਦੀ ਸ਼ੇਅਰ ਹੋਲਡਰਸ ਦੇ ਨਾਲ ਹੁੰਦੀ ਹੈ ਵਨ ਆਫ ਦੀ ਰਿਪੋਰਟ ਔਨ ਵਿਚ ਦਾ ਸ਼ੇਅਰ ਹੋਲਡਰ ਡਿਪੈਂਡ ਦਾ ਫਾਰਮਿੰਗ ਦੇਅਰ ਓਪੀਨੀਅਨ ਅਬਾਊਟ ਦੀ ਮੈਨੇਜਮੈਂਟ ਇਜ਼ ਦਾ ਆਡੀਟਰਸ ਰਿਪੋਰਟ ਤਾਂ ਜੇ ਗੱਲ ਕਰੀਏ ਸ਼ੇਅਰ ਹੋਲਡਰ ਦੀ ਇਨਵੈਸਟਮੈਂਟ ਦੀ ਤਾਂ ਉਹ ਕਿਸ ਚੀਜ਼ 'ਤੇ ਡਿਪੈਂਡ ਕਰਦੀ ਹੈ ਇੱਕ ਆਡੀਟਰ ਦੀ ਰਿਪੋਰਟ ਦੇ ਉੱਪਰ ਡਿਪੈਂਡ ਕਰਦੀ Then next topic is auditor report of a limited company. Every auditor of a company shall perform various duties in regard to reporting requirement of companies under Act Companies Act 2013. ਕਿਹੜੀਆਂ ਡਿਊਟੀਜ਼ ਨੇ ਇੱਕ ਆਡੀਟਰ ਰਿਪੋਰਟ ਦੀਆਂ ਜੇ ਇੱਕ ਲਿਮਿਟਡ ਕੰਪਨੀ ਦੇ ਵਿੱਚ ਆਡੀਟਰ ਨੂੰ ਅਪੁਆਇੰਟ ਕੀਤਾ ਡਿਊਟੀ ਟੂ ਰਿਪੋਰਟ ਔਨ ਟਰੂ ਐਂਡ ਫੇਅਰ ਵਿਊਜ਼ ਉਸਨੇ ਟਰੂ ਐਂਡ ਫੇਅਰ ਵਿਊਜ਼ ਉੱਤੇ ਰਿਪੋਰਟ ਦੇਣੀ ਹੈ ਪ੍ਰਿੰਸੀਪਲ ਅਸਰਸ਼ਨਸ ਅਤੇ ਸਪੈਸੀਫਿਕ ਇਨਕੁਆਇਰੀਜ਼ ਅਤੇ ਐਡੀਸ਼ਨਲ ਮੈਟਰਸ 'ਤੇ ਟਰੂ ਐਂਡ ਫੇਅਰ ਵਿਊ ਦਾ ਮੀਨਿੰਗ ਕੀ ਹੈ ਵੀ ਈਚ ਐਂਡ ਐਵਰੀ ਫਾਈਨੈਂਸ਼ੀਅਲ ਸਟੇਟਮੈਂਟ ਪਲੇਸਡ ਬਿਫੋਰ ਜਨਰਲ ਮੀਟਿੰਗਸ ਆਫ ਸ਼ੇਅਰ ਹੋਲਡਰਸ ਹਰ ਇੱਕ ਫਾਈਨੈਂਸ਼ੀਅਲ ਸਟੇਟਮੈਂਟ ਹੈ ਜਿਹੜੀ ਉਸਨੇ ਜਨਰਲ ਮੀਟਿੰਗ ਦੇ ਵਿੱਚ ਰੱਖਣੀ ਹੈ ਸ਼ੇਅਰ ਹੋਲਡਰਸ ਦੇ ਅੱਗੇ ਬਿਫੋਰ ਦਾ ਮਤਲਬ ਪਹਿਲਾਂ ਨਹੀਂ ਹੁੰਦਾ ਬਿਫੋਰ ਹੁੰਦਾ ਆਪਾਂ ਕਿਸੇ ਦੇ ਸਾਹਮਣੇ ਕੋਈ ਚੀਜ਼ ਕੀ ਕਰ ਰਹੇ ਹਾਂ ਪ੍ਰੈਜ਼ੈਂਟ ਕਰ ਰਹੇ ਹਾਂ ਤਾਂ ਇਹ ਆਡੀਟਰ ਰਿਪੋਰਟ ਕਿਸ ਦੀ ਰਿਸਪੋਂਸੀਬਿਲਿਟੀ ਹੈ ਆਡੀਟਰ ਦੀ ਇੱਕ ਰਿਸਪੋਂਸੀਬਿਲਿਟੀ ਵੀ ਜਦੋਂ ਵੀ ਮੀਟਿੰਗ ਹੋਈ ਸ਼ੇਅਰ ਹੋਲਡਰਸ ਦੇ ਸਾਹਮਣੇ ਉਸਨੇ ਕੀ ਰੱਖਣੀ ਹੈ ਆਪਣੇ ਆਡੀਟਰ ਦੀ ਰਿਪੋਰਟ ਰੱਖਣੀ ਹੈ Then next point is duty to report on principal assertions. ਪ੍ਰਿੰਸੀਪਲ ਅਸਰਸ਼ਨਸ ਕਿਵੇਂ ਹੋ ਗਏ ਲਾਈਕ ਡਾਇਰੈਕਟਰਸ ਡਿਸਕੁਆਲੀਫਿਕੇਸ਼ਨ ਵਗੈਰਾ ਕੰਪਨੀ ਦੀ ਬੈਲੈਂਸ ਸ਼ੀਟ P&L ਇੰਟਰਨਲ ਫਾਈਨੈਂਸ਼ੀਅਲ ਕੰਟਰੋਲ ਕੁਆਲੀਫਿਕੇਸ਼ਨਸ ਇਹ ਸਾਰਾ ਪਰਫਾਰਮ ਉਸਨੇ ਪ੍ਰੀਪੇਅਰ ਕਰਕੇ ਸ਼ੇਅਰ ਹੋਲਡਰਸ ਨੂੰ ਦੇਣਾ ਇੱਕ ਰਿਪੋਰਟ ਦੇ ਵਿੱਚ ਨੈਕਸਟ ਡਿਊਟੀ ਟੂ ਰਿਪੋਰਟ ਔਨ ਸਪੈਸੀਫਿਕ ਇਨਕੁਆਇਰੀਜ਼ ਜੋ ਉਸਨੂੰ ਕਿਤੇ ਨਾ ਕਿਤੇ ਲਾਈਕ ਸ਼ੇਅਰ ਡਿਵੈਂਚਰ ਸਿਕਿਉਰਿਟੀਜ਼ ਬਾਰੇ ਲੱਗ ਰਿਹਾ ਹੈ ਵੀ ਕਿਹੜੇ ਪ੍ਰਾਈਸ 'ਤੇ ਸੇਲ ਕੀਤੀਆਂ ਨੇ ਲੋਨ ਐਡਵਾਂਸਿਸ ਕੋਈ ਪਰਸਨਲ ਐਕਸਪੈਂਸਿਸ ਇਹਨੇ ਰੈਵਨਿਊ ਅਕਾਊਂਟ ਦੇ ਵਿੱਚ ਚਾਰਜ ਕੀਤਾ ਹੋਵੇ ਤਾਂ ਉਹ ਸਾਰਿਆਂ ਦੇ ਉੱਪਰ ਉਸਨੇ ਇੱਕ ਸੈਪਰੇਟ ਰਿਪੋਰਟ ਪ੍ਰੀਪੇਅਰ ਕਰਨੀ ਹੈ ਦੈਨ ਡਿਊਟੀ ਟੂ ਰਿਪੋਰਟ ਰੀਜ਼ਨਸ ਆਫ ਨੈਗੇਟਿਵ ਆਨਸਰਸ ਔਰ ਵਿਦ ਕੁਆਲੀਫਿਕੇਸ਼ਨਸ ਮਤਲਬ ਕੀ ਹੈ ਇੱਕ ਤਾਂ ਚੀਜ਼ ਕੋਈ ਹੁੰਦੀ ਹੈ ਅਨਕੁਆਲੀਫਾਈਡ ਇੱਕ ਹੁੰਦੀ ਹੈ ਕੁਆਲੀਫਾਈਡ ਜਦੋਂ ਕੋਈ ਚੀਜ਼ ਹੁੰਦੀ ਹੈ ਅਨਕੁਆਲੀਫਾਈਡ ਤਾਂ ਉਸ ਦਾ ਮੀਨਿੰਗ ਇਹ ਹੁੰਦਾ ਹੈ ਵੀ ਉਹ ਚੀਜ਼ 100% ਟਰੂ ਹੈ ਬਟ ਜੇ ਆਪਾਂ ਗੱਲ ਕਰੀਏ ਕੁਆਲੀਫਾਈਡ ਦੀ ਤਾਂ ਉਸ ਦੇ ਵਿੱਚ ਕੀ ਹੁੰਦਾ ਵੀ ਆਪਾਂ ਨੂੰ ਕਿਤੇ ਨਾ ਕਿਤੇ ਡਾਊਟਸ ਵਗੈਰਾ ਨੇ ਆਪਾਂ ਕਿਤੇ ਨਾ ਕਿਤੇ ਨੈਗੇਟਿਵਿਟੀ ਆਪਣੇ ਮਾਇੰਡ ਦੇ ਵਿੱਚ ਕੰਪਨੀ ਦੀ ਪੋਜੀਸ਼ਨ ਨੂੰ ਲੈ ਕੇ ਵੀ ਜੇਕਰ ਸ਼ੇਅਰ ਹੋਲਡਰ ਜਿਹੜਾ ਉਹ ਨੈਗੇਟਿਵ ਰਿਪੋਰਟ ਪ੍ਰੈਜੈਂਟ ਕਰ ਰਿਹਾ ਸ਼ੇਅਰ ਹੋਲਡਰਸ ਅੱਗੇ ਜਾਂ ਫਿਰ ਉਹ ਕੁਆਲੀਫਾਈ ਰਿਪੋਰਟ ਦੇ ਰਿਹਾ ਤਾਂ ਉਹਦਾ ਮਤਲਬ ਕੀ ਹੈ ਉਸਨੂੰ ਦੱਸਣਾ ਪਵੇਗਾ ਵੀ ਕਿਹੜੇ ਰੀਜ਼ਨਸ ਕਰਕੇ ਉਸਨੂੰ ਲੱਗ ਰਿਹਾ ਕਿ ਇੱਥੇ ਕੀ ਹੈ ਨੈਗੇਟਿਵਿਟੀ ਹੈ ਦੈਨ ਡਿਊਟੀ ਟੂ ਸਾਈਨ ਤਾਂ ਪਤਾ ਹੀ ਐਟ ਦ ਐਂਡ ਕੀ ਹੋਣਗੇ ਸਿਗਨੇਚਰ ਵੀ ਹੋਣਗੇ ਆਪਣੇ ਡਿਊਟੀ ਇਨ ਕੇਸ ਆਫ ਆਡਿਟ ਆਫ ਗਵਰਨਮੈਂਟ ਕੰਪਨੀ ਜਿਹੜੀ ਤਾਂ ਹੁੰਦੀ ਹੈ ਆਡੀਟਰ ਦੀ ਰਿਪੋਰਟ ਗਵਰਨਮੈਂਟ ਕੰਪਨੀ ਦੇ ਵਿੱਚ ਉਹ ਤਾਂ ਕੰਟਰੋਲਰ ਐਂਡ ਆਡੀਟਰ ਜਨਰਲ ਨੂੰ ਦੇਣੀ ਹੁੰਦੀ ਹੈ ਅਤੇ ਜੇ ਆਪਾਂ ਪ੍ਰਾਈਵੇਟ ਕੰਪਨੀਜ਼ ਜਾਂ ਜਨਰਲ ਕੰਪਨੀਜ਼ ਦੀ ਗੱਲ ਕਰੀਏ ਉਹ ਦੇਣੀ ਹੁੰਦੀ ਹੈ ਬੋਰਡ ਆਫ ਡਾਇਰੈਕਟਰਸ ਨੂੰ ਦੇਖੋ ਸਬਮਿਟ ਦੀ ਕਾਪੀ ਆਫ ਆਡਿਟ ਰਿਪੋਰਟ ਟੂ ਕੰਟਰੋਲਰ ਐਂਡ ਆਡਿਟ ਜਨਰਲ ਵਿਚ ਸ਼ੈਲ ਇਨਕਲੂਡ ਐਕਸ਼ਨ ਟੇਕਨ ਦੇਅਰ ਔਨ ਇਹ ਮੋਸਟਲੀ ਗਵਰਨਮੈਂਟ ਕੰਪਨੀਜ਼ ਦੇ ਵਿੱਚ ਹੁੰਦਾ ਜਨਰਲ ਕੰਪਨੀਜ਼ ਦੇ ਵਿੱਚ ਆਡੀਟਰ ਐਂਡ ਕੰਟਰੋਲਰ ਜਨਰਲ ਦੀ ਨੀਡ ਨਹੀਂ ਹੁੰਦੀ ਇਸ ਦੇ ਵਿੱਚ ਤਾਂ ਸਿਰਫ ਬੋਰਡ ਆਫ ਡਾਇਰੈਕਟਰਸ ਨੂੰ ਵੀ ਪ੍ਰੈਜੈਂਟ ਕਰ ਸਕਦਾ ਆਪਣੀ ਰਿਪੋਰਟ ਉਹ
Then Companies Order 2030. The auditor has to inquire into certain matters and report there only if not satisfied on the inquiries made in this. Applicability ਕੀ ਕੁਛ ਹੈ, ਬੈਂਕਿੰਗ ਕੰਪਨੀ ਦੇ ਲੱਗ ਸਕਦਾ ਹੈ, ਇੰਸ਼ੋਰੈਂਸ ਕੰਪਨੀ ਜਾਂ ਫਿਰ ਕੋਈ ਸੈਕਸ਼ਨ ਅੰਡਰ 8 ਦੇ, ਜਾਂ ਫਿਰ ਕੋਈ ਪ੍ਰਾਈਵੇਟ ਕੰਪਨੀ ਜਿਹਦੀ ਕੈਪੀਟਲ ਤੇ ਰਿਜ਼ਰਵਸ ਕਿੰਨੀ ਮੋਰ ਦੈਨ 50 ਲੱਖ ਰੁਪੀਜ਼ ਨੇ। ਦੈਨ ਨੈਕਸਟ ਟੋਪਿਕ ਇਜ਼ ਮੈਟਰਸ ਟੂ ਬੀ ਇਨਕਲੂਡਡ ਇਨ ਦ ਆਡੀਟਰਸ ਰਿਪੋਰਟ। ਆਡੀਟਰਸ ਰਿਪੋਰਟ ਦੇ ਵਿੱਚ ਕੀ ਕੁਛ ਇਨਕਲੂਡ ਹੋਏਗਾ? ਫਿਕਸਡ ਐਸਟਸ ਦੀ ਐਕਸਪਲੇਨੇਸ਼ਨ, ਇਨਵੈਂਟਰੀਜ਼, ਲੋਨ ਵਗੈਰਾ ਕਿੱਥੋਂ ਲਏ ਨੇ, ਕਿੰਨਾ ਇੰਟਰਸਟ ਪੇ ਕਰ ਰਹੇ ਨੇ, ਇੰਟਰਨਲ ਕੰਟਰੋਲ ਹੈ ਜਾਂ ਨਹੀਂ, ਪ੍ਰੋਪਰ ਵਾਊਚਰਸ ਦੇ ਥਰੂ ਪਰਚੇਜ਼ ਸੇਲ ਦੱਸਣਾ, ਸੇਲਸ ਆਫ ਗੁੱਡਸ ਐਕਟ ਦੀ ਉਹਨੂੰ ਨੌਲੇਜ ਹੋਣੀ ਚਾਹੀਦੀ ਹੈ ਪ੍ਰੋਪਰ। ਦੈਨ ਉਹਨੂੰ ਇਹ ਸਾਰੀਆਂ ਟ੍ਰਾਂਜੈਕਸ਼ਨਸ ਵੀ ਦੱਸਣੀਆਂ ਨੇ ਜਿਹਦੇ ਵਿੱਚ ਡਾਇਰੈਕਟ ਦਾ ਇੰਟਰਸਟ ਹੋਏਗਾ, ਵੀ ਪ੍ਰਾਈਸਿਸ ਕਿੰਨੇ ਉਹਨਾਂ ਨੂੰ ਰੀਜ਼ਨੇਬਲ ਲੱਗ ਰਹੇ ਨੇ ਜਾਂ ਨਹੀਂ ਲੱਗ ਰਹੇ, ਪਬਲਿਕ ਡਿਪੋਜ਼ਿਟਸ ਹੋ ਗਏ, ਫਿਕਸਡ ਡਿਪੋਜ਼ਿਟਸ ਹੋ ਗਏ, ਕਿੰਨੇ ਦੀਆਂ ਸੇਵਿੰਗਸ ਨੇ, ਕਿ ਕਿਹੜੀ RTGS NEFT ਕਿਹੜੀ ਟੈਕਨੀਕ ਦੇ ਥਰੂ ਫੰਡ ਆਪਣੇ ਟ੍ਰਾਂਸਫਰ ਕਰ ਰਹੇ ਨੇ ਇੰਪਲੋਇਜ਼ ਨੂੰ, ਵਰਕਰਸ ਨੂੰ। ਦੈਨ ਇੰਟਰਨਲ ਆਡਿਟ ਸਿਸਟਮ ਉਹਦਾ ਪ੍ਰੋਪਰ ਦੱਸਣਾ। ਦੈਨ ਕੋਸਟ ਰਿਕਾਰਡਸ ਪ੍ਰੋਪਰ ਮੇਨਟੇਨ ਨੇ ਜਾਂ ਨਹੀਂ, ਸਟੈਟੂਟਰੀ ਡਿਊਜ਼ ਹੈਗੇ ਨੇ, ਸਟੈਟੂਟਰੀਜ਼ ਹੁੰਦੇ ਨੇ ਜਿਹੜੇ ਮਤਲਬ ਆਪਾਂ ਗੱਲ ਕਰੀਏ ਟੈਕਸਿਸ ਵਗੈਰਾ ਦੀ ਪੇਮੈਂਟ ਦੇ ਲਈ, ਲਾਈਕ ਵੈਟ, ਸਨ ਵੈਟ ਹੋ ਗਿਆ, ਕਸਟਮ, ਇਹ ਸਾਰੇ ਕਿੰਨੇ ਟੈਕਸਿਸ ਨੇ ਉਹਦਾ ਪ੍ਰੋਪਰ ਪਰਫਾਰਮ ਆ ਵੀ ਇੱਕ ਆਡੀਟਰ ਨੇ ਹੀ ਦੱਸਣਾ। ਦੈਨ ਇੰਡੀਕੇਸ਼ਨ ਆਫ ਸਿਕਨੈਸ, ਵੀ ਜੋ ਉਹਨੂੰ ਕਿਤੇ ਲੱਗ ਰਿਹਾ ਹੈ ਵੀ ਕੰਪਨੀ ਹੈ ਜਿਹੜੀ ਉਹ ਰਜਿਸਟਰਡ ਨਹੀਂ ਹੈਗੀ, ਨਾਟ ਲੈਸ ਦੈਨ 5 ਈਅਰਸ, ਤਾਂ ਉਸਨੇ ਵੀ ਇੱਕ ਰਿਪੋਰਟ ਪ੍ਰੀਪੇਅਰ ਕਰਕੇ ਦੇਣੀ ਹੈਗੀ। ਦੈਨ ਡਿਫੋਲਟ ਕਰ ਰਹੇ ਨੇ ਜੇ ਉਹ ਡਾਕੂਮੈਂਟਸ, ਰਿਕਾਰਡਸ, ਸਪੈਸ਼ਲ ਪ੍ਰੋਵੀਜ਼ਨਸ ਨਾਲ ਕੰਪਲਾਇੰਸ ਨੇ ਜਾਂ ਨਹੀਂ, ਸਿਕਿਉਰਿਟੀਜ਼ ਨਾਲ ਸੈਬੀ ਐਕਟ ਦੇ ਅੰਡਰ ਡੀਲ ਕਰ ਰਹੇ ਨੇ ਜਾਂ ਨਹੀਂ ਕਰ ਰਹੇ। ਨੈਕਸਟ ਗਰੰਟੀ ਫਾਰ ਲੋਨਸ, ਗਰੰਟੀ ਹੈ ਜਾਂ ਨਹੀਂ। ਐਪਲੀਕੇਸ਼ਨ ਟਰਮ ਲੋਨਸ, ਇੱਕ ਤਾਂ ਹੁੰਦੇ ਨੇ ਆਪਣੇ ਕੋਲੇ ਟਰਮ ਲੋਨ, ਇੱਕ ਹੁੰਦੇ ਨੇ ਆਪਾਂ ਕਹਿ ਸਕਦੇ ਹਾਂ ਕਾਲ ਮਨੀ ਹੋ ਗਿਆ, ਟਰਮ ਮਨੀ ਹੋ ਗਿਆ। ਕਾਲ ਮਨੀ ਦੇ ਵਿੱਚ ਇਹ ਹੁੰਦਾ ਹੈਗਾ ਵੀ ਆਪਾਂ ਅਪ ਟੂ 14 ਡੇਜ਼ ਆਪਾਂ ਕਹਿ ਸਕਦੇ ਵੀ ਮਨੀ ਐਟ ਕਾਲ, 14 ਡੇਜ਼ ਦੇ ਅੰਡਰ ਆਪਾਂ ਨੇ ਪੈਸਾ ਮੰਗਵਾਉਣਾ ਹੁੰਦਾ ਹੈਗਾ, ਉਹ ਹੁੰਦਾ ਮਨੀ ਐਟ ਕਾਲ। ਬਟ ਜੇ 14 ਡੇਜ਼ ਤੋਂ ਜ਼ਿਆਦਾ ਹੋ ਜਾਂਦਾ ਹੈਗਾ ਤਾਂ ਉਹ ਕੀ ਹੋ ਜਾਂਦੇ ਨੇ, ਆਪਣੇ ਟਰਮ ਲੋਨ ਹੋ ਜਾਂਦੇ ਨੇ, ਵੀ ਜਾਂ ਇਹ 14 ਡੇਜ਼ ਤੋਂ 1 ਈਅਰ ਤੱਕ ਵੀ ਹੋ ਸਕਦਾ ਇਹਦਾ ਟਾਈਮ ਪੀਰੀਅਡ। ਟਰਮ ਲੋਨ ਦੇ ਲਈ ਲੌਂਗ ਟਰਮ ਦੇ ਲਈ। ਦੈਨ ਫਾਈਨੈਂਸ਼ੀਅਲ ਮੈਨੇਜਮੈਂਟ, ਇਹਦੇ ਵਿੱਚ ਸਾਰਾ ਆਪਣਾ ਡਿਵੀਡੈਂਡ, ਰਿਟੇਨਡ ਅਰਨਿੰਗਸ ਵਗੈਰਾ ਜਾਂਦੇ ਨੇ, ਫਰੋਡ ਵਗੈਰਾ। ਤਾਂ ਇਹ ਸਾਰੇ ਕਿੰਨੇ ਕੀ ਪੁਆਇੰਟਸ ਨੇ ਜੋ ਇੱਕ ਆਡੀਟਰ ਨੇ ਰਿਪੋਰਟ ਦੇ ਵਿੱਚ ਮੈਂਸ਼ਨ ਕਰਨੇ ਨੇ। ਨੈਕਸਟ ਕਲਾਸ ਦੇ ਵਿੱਚ ਆਪਾਂ ਕਰਾਂਗੇ ਨੈਕਸਟ ਟੋਪਿਕ। ਥੈਂਕ ਯੂ।